ਮੇਰਾ ਵਿਆਹ ਮੇਰੇ ਤੋਂ 8 ਸਾਲ ਵੱਡੀ ਮੇਰੀ ਵਿਧਵਾ ਭਾਬੀ ਨਾਲ ਹੋ ਗਿਆ। ਮੈਂ ਮਨਾ ਕਰ ਦਿੱਤਾ ਸੀ ਕਿ ਮੇਰੇ ਤੋਂ ਕੋਈ ਉਮੀਦ ਨਾ ਰੱਖੀ। 1 ਮਹੀਨੇ ਬਾਅਦ ਮੈਂ ਵਿਆਹ ਕਰਵਾ ਲਿਆ ਸੀ। ਮੇਰੀ ਭਾਬੀ ਘਰ ਵਿੱਚ ਇੱਕ ਨੌਕਰ ਵਾਂਗ ਰਹਿੰਦੀ ਸੀ। ਮੇਰੇ ਵਿਆਹ ਨੂੰ ਕੁਝ ਦਿਨ ਹੋਏ ਸੀ। ਮੇਰੀ ਭਾਬੀ ਅਚਾਨਕ ਬੇਹੋਸ਼ ਹੋ ਗਈ। ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ ਕਿ ਉਹ ਮਾਂ ਬਣਨ ਵਾਲੀ ਹੈ। ਇਹ ਸੁਣਦੇ ਹੀ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸੀ। ਇਹ ਕਿੱਦਾਂ ਹੋ ਸਕਦਾ ਸੀ? ਕਿਉਂਕਿ ਮੇਰੀ ਭਾਬੀ ਨਾਲ ਮੇਰੇ 2 ਰਿਸ਼ਤੇ ਸੀ। ਮੇਰੀ ਭਾਬੀ ਮੇਰੀ ਮਾਸੀ ਦੀ ਧੀ ਵੀ ਸੀ ਤੇ ਮੈਂ ਛੋਟੇ ਹੁੰਦੇ ਤੋਂ ਉਸ ਨੂੰ ਦੀਦੀ ਕਹਿੰਦਾ ਸੀ। ਜਦੋਂ ਭਰਾ ਦਾ ਵਿਆਹ ਹੋਇਆ ਤਾਂ ਮੈਂ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਦਾ ਸੀ, ਹਮੇਸ਼ਾ ਉਹਨਾਂ ਨੂੰ ਮਾਨ ਸਨਮਾਨ ਦਿੰਦਾ ਸੀ। ਮੇਰੇ ਭਰਾ ਤੇ ਭਾਬੀ ਦੇ ਵਿੱਚ ਬਹੁਤ ਪਿਆਰ ਸੀ। ਉਹਨਾਂ ਦੇ ਵਿਆਹ ਨੂੰ 6 ਸਾਲ ਹੋ ਗਏ ਸੀ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਬੀਤ ਰਹੀ ਸੀ। ਅਚਾਨਕ ਜ਼ਿੰਦਗੀ ਵਿੱਚ ਤੂਫਾਨ ਆਇਆ। ਮੇਰੀ ਭਾਬੀ ਬਾਂਝ ਸੀ। ਡਾਕਟਰ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਕਦੀ ਮਾਂ ਨਹੀਂ ਬਣ ਸਕਦੀ। ਸਾਰੇ ਘਰ ਦੇ ਮੈਂਬਰ ਬਹੁਤ ਉਦਾਸ ਹੋ ਗਏ ਸੀ ਕਿਉਂਕਿ ਘਰ ਵਿੱਚ ਕੋਈ ਵੀ ਬੱਚਾ ਨਹੀਂ ਸੀ ਤੇ ਬੱਚੇ ਦੀ ਇੱਛਾ ਹਰ ਕਿਸੇ ਨੂੰ ਹੁੰਦੀ ਹੈ। ਇਸ ਗੱਲ ਨੂੰ ਲੈ ਕੇ ਮੇਰੀ ਮਾਂ ਨੇ ਬਹੁਤ ਰੌਲਾ ਪਾਇਆ ਸੀ ਕਿ ਮੈਂ ਤਾਂ ਆਪਣੇ ਪੁੱਤ ਦੀ ਔਲਾਦ ਵੇਖਣੀ ਹੈ, ਆਪਣੇ ਪੁੱਤ ਦਾ ਦੂਜਾ ਵਿਆਹ ਕਰਨਾ। ਮੇਰੇ ਭਰਾ ਨੇ ਸਾਫ਼ ਮਨਾ ਕਰ ਦਿੱਤਾ ਸੀ ਕਿ ਉਹ ਕਦੀ ਦੂਜਾ ਵਿਆਹ ਨਹੀਂ ਕਰੂਗਾ ਕਿਉਂਕਿ ਉਹ ਭਾਬੀ ਨੂੰ ਬਹੁਤ ਪਿਆਰ ਕਰਦਾ ਸੀ। ਭਾਬੀ ਇਹ ਸਭ ਵੇਖ ਕੇ ਰੋਂਦੀ ਰਹਿੰਦੀ, ਕੁਝ ਨਾ ਕਹਿੰਦੀ। ਘਰ ਵਿੱਚ ਸਾਰੇ ਮੇਰੇ ਭਰਾ ਨੂੰ ਮਨਾ ਰਹੇ ਸੀ ਪਰ ਉਹ ਕਹਿੰਦਾ ਸੀ ਕਿ ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ। ਇਸੇ ਕਰਕੇ ਸਾਰੇ ਚੁੱਪ ਹੋ ਗਏ ਸੀ। ਫਿਰ ਕੁਝ ਅਜਿਹਾ ਹੋਇਆ ਜੋ ਕਿ ਸਭ ਦੀ ਜ਼ਿੰਦਗੀ ਹਿਲਾ ਗਿਆ ਸੀ। ਇੱਕ ਹਾਦਸੇ ਵਿੱਚ ਭਰਾ ਦੀ ਮੌਤ ਹੋ ਗਈ। ਮੇਰੀ ਮਾਂ ਹਰ ਸਮੇਂ ਭਾਬੀ ਨੂੰ ਕੋਸਦੀ ਰਹਿੰਦੀ, ਕਹਿੰਦੀ ਤੂੰ ਮਨਹੂਸ ਹੈ, ਤੇਰੇ ਕਰਕੇ ਮੇਰਾ ਪੁੱਤ ਮਰ ਗਿਆ, ਬਿਨਾਂ ਖੁਸ਼ੀਆਂ ਵੇਖੇ ਹੀ ਚਲਿਆ ਗਿਆ। ਭਾਬੀ ਨੂੰ ਘਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ। ਮਾਂ ਦੀ ਇਹ ਹਰਕਤ ਨੂੰ ਵੇਖ ਕੇ ਮੇਰੇ ਪਾਪਾ ਗੁੱਸੇ ਹੋ ਜਾਂਦੇ ਤੇ ਮਾਂ ਨੂੰ ਕਹਿੰਦੇ ਕਿ ਜਦੋਂ ਤੱਕ ਇਸ ਦੀ ਮਰਜ਼ੀ ਹੈ ਇੱਥੇ ਹੀ ਰਹੂਗੀ, ਕਿਤੇ ਨਹੀਂ ਜਾਊਗੀ, ਚਾਹੇ ਕਿਸੇ ਨੂੰ ਮਨਹੂਸ ਲੱਗੇ ਜਾਂ ਫਿਰ ਚੰਗੀ ਲੱਗੇ। ਮੇਰੇ ਪਿਓ ਦੀ ਇਸ ਗੱਲ ਤੇ ਮਾਂ ਬਹੁਤ ਗੁੱਸੇ ਹੋ ਗਈ ਸੀ ਤੇ ਫੈਸਲਾ ਕੀਤਾ ਕਿ ਛੋਟੇ ਪੁੱਤ ਦਾ ਵਿਆਹ ਜਦੋਂ ਹੋਊਗਾ ਤਾਂ ਮੈਂ ਇਸ ਨੂੰ ਘਰੋਂ ਕੱਢ ਦਾਂਗੀ। ਪਰ ਮੈਨੂੰ ਆਪਣੀ ਭਾਬੀ ਤੇ ਬਹੁਤ ਤਰਸ ਆਉਂਦਾ ਸੀ। ਮੈਂ ਮਾਂ ਨੂੰ ਰੋਕਦਾ ਸੀ ਪਰ ਉਹ ਮੰਨਦੀ ਹੀ ਨਹੀਂ ਸੀ, ਸਗੋਂ ਮੇਰੇ ਤੇ ਹੀ ਸ਼ੱਕ ਕਰਦੀ ਸੀ। ਇਸ ਲਈ ਹੁਣ ਮੈਂ ਮਾਂ ਨੂੰ ਕਹਿਣਾ ਹੀ ਛੱਡ ਦਿੱਤਾ ਸੀ ਕਿ ਉਹ ਆਪਣੇ ਕਰਮਾਂ ਦੀ ਆਪ ਜ਼ਿੰਮੇਦਾਰ ਹੈ। ਰਿਸ਼ਤੇਦਾਰੀ ਵਿੱਚ ਇੱਕ ਕੁੜੀ ਮੈਨੂੰ ਬਹੁਤ ਪਸੰਦ ਸੀ। ਮੈਂ ਮਾਂ ਨੂੰ ਉੱਥੇ ਰਿਸ਼ਤੇ ਲਈ ਭੇਜਣਾ ਚਾਹੁੰਦਾ ਸੀ। ਮੈਨੂੰ ਪਤਾ ਸੀ ਮਾਂ ਇਸ ਗੱਲ ਨੂੰ ਕੋਈ ਇਤਰਾਜ਼ ਨਹੀਂ ਕਰੂਗੀ ਕਿਉਂਕਿ ਮਾਂ ਦੇ ਰਿਸ਼ਤੇਦਾਰ ਸੀ ਤੇ ਮਾਂ ਦੀ ਉਹਨਾਂ ਨਾਲ ਬਹੁਤ ਬਣਦੀ ਸੀ। ਕਈ ਵਾਰੀ ਗੱਲਾਂ-ਗੱਲਾਂ ਵਿੱਚ ਮਾਂ ਨੇ ਮੈਨੂੰ ਕਿਹਾ ਸੀ ਕਿ ਉਹ ਕੁੜੀ ਮੈਨੂੰ ਬਹੁਤ ਪਸੰਦ ਹੈ ਤੇ ਮੈਂ ਉਸ ਨੂੰ ਨੂੰਹ ਦੇ ਰੂਪ ਵਿੱਚ ਵੇਖਦੀ ਹਾਂ। ਉਸ ਵਕਤ ਮਾਂ ਨੂੰ ਮੈਂ ਕੁਝ ਨਾ ਕਿਹਾ ਤੇ ਨਾ ਹੀ ਆਪਣੀ ਪਸੰਦ ਦੱਸੀ ਕਿ ਜਦ ਤੱਕ ਮੇਰੀ ਮਾਂ ਆਪੇ ਕੰਮ ਕਰ ਦੂਗੀ ਤਾਂ ਮੈਂ ਕਿਉਂ ਬੋਲਾਂ, ਜਦੋਂ ਕਿ ਮਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਜਦੋਂ ਤੱਕ ਭਾਬੀ ਘਰ ਵਿੱਚ ਹੈ ਕੋਈ ਖੁਸ਼ੀ ਦੀ ਗੱਲ ਨਹੀਂ ਹੋਊਗੀ। ਇਸ ਲਈ ਮੈਂ ਚੁੱਪ ਸੀ। ਸਮਾਂ ਬੀਤਦਾ ਜਾ ਰਿਹਾ ਸੀ। ਇਦਾਂ ਹੀ ਮਹੀਨੇ ਬੀਤ ਰਹੇ ਸੀ। ਮੈਨੂੰ ਉਦੋਂ ਹੈਰਾਨੀ ਹੋਈ ਜਦੋਂ ਮਾਂ ਦਾ ਰੂਪ ਇੱਕਦਮ ਬਦਲ ਗਿਆ। ਹੁਣ ਮੈਂ ਬਹੁਤ ਖੁਸ਼ ਸੀ। ਮਾਂ ਤੇ ਭਾਬੀ ਆਪਸ ਵਿੱਚ ਮਿਲ ਕੇ ਰਹਿੰਦੀਆਂ। ਇਦਾਂ ਹੀ 4 ਮਹੀਨੇ ਹੋ ਗਏ ਸੀ। ਮੈਨੂੰ ਲੱਗਦਾ ਸੀ ਕਿ ਸ਼ਾਇਦ ਮੇਰੇ ਪਿਓ ਦੇ ਕਰਕੇ ਹੀ ਮੇਰੀ ਮਾਂ ਚੁੱਪ ਹੋ ਗਈ। ਮੈਂ ਵੀ ਖੁਸ਼ ਸੀ, ਮੇਰੇ ਭਰਾ ਦੀ ਆਤਮਾ ਨੂੰ ਸਕੂਨ ਮਿਲੂਗਾ। ਮੈਂ ਮਾਂ ਦੇ ਸਾਹਮਣੇ ਆਪਣੇ ਰਿਸ਼ਤੇ ਦੀ ਗੱਲ ਰੱਖੀ ਕਿ ਮੈਂ ਵਿਆਹ ਕਰਨਾ ਚਾਹੁੰਦਾ ਹਾਂ ਤਾਂ ਮੇਰੀ ਮਾਂ ਬਿਲਕੁਲ ਚੁੱਪ ਹੋ ਗਈ। ਫਿਰ ਜੋ ਮੇਰੀ ਮਾਂ ਨੇ ਮੈਨੂੰ ਕਿਹਾ, ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮਾਂ ਨੇ ਕਿਹਾ ਮੈਂ ਤੇਰੇ ਵਿਆਹ ਦੀ ਗੱਲ ਨਹੀਂ ਕਰਨਾ ਚਾਹੁੰਦੀ, ਤੂੰ ਆਪਣੀ ਭਾਬੀ ਨਾਲ ਵਿਆਹ ਕਰ। ਉਹਨਾਂ ਦੀ ਗੱਲ ਸੁਣਦੇ ਹੀ ਮੈਂ ਹੈਰਾਨ ਹੋ ਗਿਆ ਸੀ ਕਿ ਮਾਂ ਇਹ ਕਿੱਦਾਂ ਹੋ ਸਕਦਾ, ਮੈਂ ਉਹਨਾਂ ਨਾਲ ਵਿਆਹ ਨਹੀਂ ਕਰ ਸਕਦਾ। ਮਾਂ ਨੇ ਕਿਹਾ ਤੈਨੂੰ ਕਰਨਾ ਹੀ ਪੈਣਾ। ਜਦੋਂ ਮਾਂ ਨਾ ਮੰਨੀ ਤਾਂ ਮੈਂ ਸਾਰੀ ਗੱਲ ਆਪਣੇ ਪਿਓ ਨੂੰ ਦੱਸੀ। ਮੇਰਾ ਪਿਓ ਬਹੁਤ ਹੈਰਾਨ ਸੀ। ਉਸ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਅਚਾਨਕ ਮੇਰੀ ਮਾਂ ਨੂੰ ਕੀ ਹੋ ਗਿਆ ਸੀ। ਉਹਨਾਂ ਨੇ ਉਸ ਨੂੰ ਵੀ ਮਨਾ ਲਿਆ ਸੀ। ਇਹ ਸਹੀ ਨਹੀਂ ਸੀ ਪਰ ਜਿੱਦਾਂ ਮਾਂ ਭਾਬੀ ਨੂੰ ਘਰੋਂ ਕੱਢਣ ਤੇ ਲੱਗੀ ਸੀ, ਹੁਣ ਜ਼ਬਰਦਸਤੀ ਭਾਬੀ ਤੇ ਮੇਰਾ ਵਿਆਹ ਕਰਵਾਉਣ ਲਈ ਲੱਗੀ ਹੋਈ ਸੀ। ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਪਿਓ ਨੂੰ ਵੀ ਰਾਜ਼ੀ ਕਰ ਲਿੱਤਾ। ਮੈਨੂੰ ਆਪਣੀ ਭਾਬੀ ਦੀ ਸ਼ਕਲ ਤੋਂ ਨਫ਼ਰਤ ਹੋ ਰਹੀ ਸੀ। ਮੈਂ ਆਪਣੀਆਂ ਖੁਸ਼ੀਆਂ ਨੂੰ ਖਤਮ ਹੁੰਦੇ ਵੇਖ ਰਿਹਾ ਸੀ। ਫਿਰ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੈਨੂੰ ਵਿਆਹ ਕਰਵਾਉਣਾ ਹੀ ਪੈਣਾ ਹੈ। ਮੈਂ ਮਾਂ ਨੂੰ ਕਿਹਾ ਮਾਂ ਭਾਬੀ ਬਾਂਝ ਹੈ, ਮੈਂ ਇਕੱਲਾ ਹੀ ਹਾਂ। ਜੇ ਮੇਰਾ ਵਿਆਹ ਉਹਨਾਂ ਨਾਲ ਕਰ ਦਿੱਤਾ ਤਾਂ ਤੁਸੀਂ ਕਦੀ ਦਾਦੀ ਨਹੀਂ ਬਣ ਸਕਦੇ। ਮੇਰੀ ਗੱਲ ਸੁਣਦੇ ਹੀ ਮਾਂ ਮੇਰੀ ਸੁੰਨ ਹੋ ਗਈ ਸੀ ਤੇ ਕਹਿਣ ਲੱਗੀ ਤੇਰੀ ਭਾਬੀ ਇੱਕ ਖਾਸ ਔਰਤ ਹੈ। ਇਹ ਕਹਿ ਸਕਦੇ ਹਾਂ ਕਿ ਬਹੁਤ ਹੀ ਵੱਡੀ ਹਸਤੀ ਹੈ। ਜੇ ਤੇਰਾ ਉਸ ਨਾਲ ਵਿਆਹ ਹੋ ਗਿਆ ਤਾਂ ਤੇਰੀ ਜ਼ਿੰਦਗੀ ਸਵਰ ਜਾਊਗੀ। ਮੈਂ ਹੈਰਾਨ ਸੀ ਕਿ ਮਾਂ ਅਚਾਨਕ ਕਿੱਦਾਂ ਬਦਲ ਗਈ ਸੀ। ਜਿਹੜੀ ਭਾਬੀ ਨੂੰ ਨਫ਼ਰਤ ਕਰਦੀ ਸੀ ਅੱਜ ਉਸ ਨੂੰ ਭਾਗਾਂ ਵਾਲੀ ਮੰਨਦੀ ਸੀ। ਮੈਂ ਬਹੁਤ ਵਾਰੀ ਮਨਾ ਕੀਤਾ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ। ਮੈਨੂੰ ਸ਼ੱਕ ਸੀ ਜੋ ਹੋ ਰਿਹਾ ਸੀ ਇਹ ਭਾਬੀ ਕਰਕੇ ਹੀ ਹੋ ਰਿਹਾ ਸੀ। ਉਹਨਾਂ ਨੇ ਕੁਝ ਨਾ ਕੁਝ ਮਾਂ ਨੂੰ ਜ਼ਰੂਰ ਕਿਹਾ ਸੀ ਤੇ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ।
ਪਰ ਮੈਂ ਵਿਆਹ ਤੋਂ ਬਾਅਦ ਸਾਫ਼ ਕਹਿ ਦਿੱਤਾ ਸੀ ਕਿ ਮੇਰੇ ਤੋਂ ਕੋਈ ਉਮੀਦ ਨਾ ਰੱਖੋ। ਮੈਂ ਉਸ ਨੂੰ ਕਦੀ ਆਪਣੀ ਘਰਵਾਲੀ ਦੀ ਥਾਂ ਨਹੀਂ ਦੇ ਸਕਦਾ ਸੀ। ਸਾਰੇ ਬੇਫਿਕਰ ਹੋ ਗਏ ਸੀ ਤੇ ਵਿਆਹ ਹੋ ਗਿਆ ਸੀ। ਮੈਂ ਆਪਣੀ ਭਾਬੀ ਨੂੰ ਆਪਣੇ ਕਮਰੇ ਤੇ ਆਪਣੀ ਜ਼ਿੰਦਗੀ ਵਿੱਚ ਨਹੀਂ ਆਉਣ ਦਿੱਤਾ ਤੇ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਮੇਰੇ ਕਮਰੇ ਵਿੱਚ ਆਉਣ ਦੀ ਕੋਈ ਲੋੜ ਨਹੀਂ। ਉਹ ਚੁੱਪ ਹੋ ਜਾਂਦੀ ਤੇ ਕੁਝ ਨਾ ਬੋਲਦੀ, ਘਰ ਦੇ ਇੱਕ ਕੋਨੇ ਵਿੱਚ ਨੌਕਰਾਂ ਵਾਂਗ ਪਈ ਰਹਿੰਦੀ। ਕੁਝ ਦਿਨ ਬਾਅਦ ਦੁਬਾਰਾ ਮੈਂ ਆਪਣੀ ਮਾਂ ਨੂੰ ਆਪਣੇ ਰਿਸ਼ਤੇ ਦੀ ਗੱਲ ਕੀਤੀ। ਮੈਂ ਮਾਂ ਨੂੰ ਕਿਹਾ ਕਿ ਮੈਂ ਇੱਕ ਵਿਆਹ ਤੁਹਾਡੀ ਮਰਜ਼ੀ ਨਾਲ ਕਰ ਲਿਆ, ਪਰ ਹੁਣ ਮੈਂ ਆਪਣਾ ਵਿਆਹ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਗੁੱਸਾ ਕੀਤਾ, ਪਰ ਮੈਂ ਵੀ ਜਿੱਦ ਫੜ ਲਈ ਸੀ। ਮੈਂ ਸਾਫ਼ ਮਨਾ ਕਰ ਦਿੱਤਾ ਸੀ ਕਿ ਮੈਂ ਉਸ ਕੁੜੀ ਨੂੰ ਪਿਆਰ ਕਰਦਾ ਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ। ਤੇ ਮੇਰੀ ਮਾਂ ਨੇ ਕਿਹਾ ਕਿ ਉਹ ਕਦੀ ਵਿਆਹ ਲਈ ਨਹੀਂ ਮੰਨਣਗੇ, ਕਿਉਂਕਿ ਵਿਆਹੇ ਹੋਏ ਆਦਮੀ ਦਾ ਦੁਬਾਰਾ ਵਿਆਹ ਨਹੀਂ ਹੁੰਦਾ। ਮੈਂ ਆਪਣੀ ਮਾਂ ਨੂੰ ਕਿਹਾ ਕਿ ਜੇ ਮੇਰਾ ਉਸ ਨਾਲ ਵਿਆਹ ਨਾ ਹੋਇਆ ਤਾਂ ਮੈਂ ਤੁਹਾਡੀ ਵੱਡੀ ਨੂੰਹ ਨੂੰ ਤਲਾਕ ਦੇ ਦੇਣਾ ਹੈ। ਮੇਰੀ ਗੱਲ ਸੁਣ ਕੇ ਮੇਰੀ ਮਾਂ ਡਰ ਗਈ ਤੇ ਉਸ ਦੇ ਮੂੰਹ ਦਾ ਰੰਗ ਉੱਡ ਗਿਆ ਸੀ। ਪਤਾ ਨਹੀਂ ਮਾਂ ਤਲਾਕ ਦੇ ਨਾਂ ਤੋਂ ਕਿਉਂ ਡਰ ਗਈ ਸੀ। ਅਜਿਹਾ ਕਿਹੜਾ ਰਾਜ਼ ਸੀ ਜਿਸ ਕਰਕੇ ਉਹ ਡਰਦੀ ਸੀ, ਤੇ ਨਾ ਹੀ ਮੈਂ ਸੋਚਿਆ ਸੀ ਕਿ ਅਜਿਹੀ ਕਿਹੜੀ ਵਜ੍ਹਾ ਸੀ ਜਿਸ ਵਜ੍ਹਾ ਨਾਲ ਮੇਰੀ ਮਾਂ, ਜੋ ਪਹਿਲਾਂ ਮੇਰੀ ਭਾਬੀ ਦੀ ਦੁਸ਼ਮਣ ਸੀ, ਉਹ ਅਚਾਨਕ ਉਸ ਨੂੰ ਇੰਨਾ ਪਿਆਰ ਕਿਵੇਂ ਕਰਨ ਲੱਗ ਗਈ ਸੀ। ਇਸ ਦੇ ਪਿੱਛੇ ਅਜਿਹਾ ਕਿਹੜਾ ਰਾਜ਼ ਸੀ ਮੈਂ ਧਿਆਨ ਨਾ ਦਿੱਤਾ, ਜੋ ਮੇਰੀ ਜ਼ਿੰਦਗੀ ਵਿੱਚ ਤੂਫਾਨ ਲੈ ਕੇ ਆਉਣ ਵਾਲਾ ਸੀ। ਮੇਰੇ ਗੁੱਸੇ ਹੋਣ ਨਾਲ ਮੇਰੀ ਮਾਂ ਮੰਨ ਗਈ ਤੇ ਕੁਝ ਮਹੀਨੇ ਬਾਅਦ ਹੀ ਮੇਰਾ ਵਿਆਹ ਹੋ ਗਿਆ ਸੀ। ਅਚਾਨਕ ਮੇਰੀ ਪਹਿਲੀ ਘਰਵਾਲੀ, ਜੋ ਪਹਿਲਾਂ ਹੀ ਮੇਰੀ ਭਾਬੀ ਸੀ, ਉਹਨਾਂ ਨੇ ਅਜੀਬ ਜਿਹਾ ਵਰਤਾਅ ਸ਼ੁਰੂ ਕਰ ਦਿੱਤਾ ਸੀ। ਉਹ ਰੋਜ਼ ਮੇਰੀ ਘਰਵਾਲੀ ਨੂੰ ਇੱਕ ਲੱਡੂ ਦਿੰਦੀ, ਜਦੋਂ ਕਿ ਮੈਂ ਸਭ ਵੇਖਦਾ ਰਹਿੰਦਾ ਸੀ ਕਿ ਉਹ ਆਪਣੀ ਸੌਕਣ ਨੂੰ ਇਦਾਂ ਕਿਵੇਂ ਪਿਆਰ ਕਰ ਸਕਦੀ ਹੈ। ਪਰ ਫਿਰ ਮੈਂ ਵੀ ਮਹਿਸੂਸ ਕੀਤਾ ਕਿ ਮੇਰੀ ਘਰਵਾਲੀ ਲੱਡੂ ਖਾਂਦੀ ਸੀ ਤਾਂ ਅਜੀਬ ਹੀ ਹੋ ਜਾਂਦੀ ਸੀ। ਮੈਂ ਬੜਾ ਪਰੇਸ਼ਾਨ ਸੀ। ਹੁਣ 2 ਮਹੀਨੇ ਹੋ ਗਏ ਸੀ। ਅਚਾਨਕ ਮੇਰੀ ਪਹਿਲੀ ਘਰਵਾਲੀ ਬੇਹੋਸ਼ ਹੋ ਗਈ। ਇਹ ਦੇਖਦੇ ਹੀ ਅਸੀਂ ਸਾਰੇ ਪਰੇਸ਼ਾਨ ਹੋ ਗਏ ਸੀ। ਸਾਨੂੰ ਆਪਣੇ ਆਪ ਤੋਂ ਸ਼ਰਮ ਆ ਰਹੀ ਸੀ। ਉਹ ਸਾਰੇ ਘਰ ਦਾ ਕੰਮ ਕਰਦੀ ਸੀ ਤੇ ਅਸੀਂ ਉਸ ਨੂੰ ਹਸਪਤਾਲ ਲੈ ਗਏ ਤੇ ਜੋ ਡਾਕਟਰ ਨੇ ਦੱਸਿਆ, ਉਸ ਨਾਲ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ, ਕਿਉਂਕਿ ਮੇਰੀ ਪਹਿਲੀ ਘਰਵਾਲੀ ਤਾਂ ਬਾਂਝ ਸੀ, ਪਰ ਡਾਕਟਰ ਕਹਿ ਰਹੇ ਸੀ ਕਿ ਉਹ ਪ੍ਰੈਗਨੈਂਟ ਹੈ। ਮੇਰੀ ਘਰਵਾਲੀ ਦਾ ਚਿਹਰਾ ਲਾਲ ਹੋ ਗਿਆ ਸੀ ਕਿ ਮੈਂ ਤਾਂ ਉਸ ਦੇ ਉੱਤੇ ਕਦੀ ਨੇੜੇ ਨਹੀਂ ਗਿਆ ਸੀ। ਫਿਰ ਇਹ ਸਭ ਕਿੱਦਾਂ ਹੋ ਗਿਆ ਸੀ। ਮੈਂ ਘਰ ਦੇ ਵਿੱਚ ਹੰਗਾਮਾ ਖੜਾ ਕਰ ਦਿੱਤਾ। ਮੈਂ ਦੱਸਿਆ ਕਿ ਮੈਂ ਤਾਂ ਉਸ ਨੂੰ ਹੱਥ ਵੀ ਨਹੀਂ ਲਾਇਆ। ਮੈਂ ਉਸ ਨੂੰ ਕਦੀ ਹੱਥ ਨਹੀਂ ਲਾਇਆ। ਉਹ ਮਾਂ ਕਿੱਦਾਂ ਬਣ ਸਕਦੀ ਹੈ, ਤੇ ਨਾਲੇ ਉਸ ਨੂੰ ਬਾਂਝ ਕਹਿੰਦੇ ਸੀ। ਮੇਰੀ ਮਾਂ ਨੇ ਸੁਣਦੇ ਹੀ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ, ਤੇਰੀ ਔਲਾਦ ਹੈ, ਆਪਣੀ ਔਲਾਦ ਨੂੰ ਇਸ ਤਰ੍ਹਾਂ ਕੌਣ ਕਹਿੰਦਾ ਹੈ। ਮੈਂ ਮਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਇੱਕ ਗਲਤ ਔਰਤ ਦੇ ਨਾਲ ਮੇਰਾ ਨਾਮ ਨਾ ਜੋੜੋ, ਮੈਂ ਇਸ ਨੂੰ ਤਲਾਕ ਦੇ ਦੇਵਾਂਗਾ। ਤਲਾਕ ਸੁਣ ਕੇ ਮੇਰੀ ਘਰਵਾਲੀ ਮੇਰੇ ਸਾਹਮਣੇ ਹੱਥ ਜੋੜ ਰਹੀ ਸੀ ਕਿ ਮੈਨੂੰ ਤਲਾਕ ਨਾ ਦਿਓ, ਮੈਂ ਕੁਝ ਨਹੀਂ ਕੀਤਾ, ਇਹ ਬੱਚਾ ਤੁਹਾਡਾ ਹੈ। ਇਸ ਨਾਲ ਮੈਨੂੰ ਹੋਰ ਵੀ ਗੁੱਸਾ ਆ ਗਿਆ ਸੀ। ਮੈਂ ਗੁੱਸੇ ਵਿੱਚ ਘਰ ਤੋਂ ਬਾਹਰ ਚਲਾ ਗਿਆ। ਜਦੋਂ ਕਿ ਮੇਰੇ ਮਾਂ-ਬਾਪ ਖੁਸ਼ੀ ਵਿੱਚ ਨੱਚ ਰਹੇ ਸੀ ਤੇ ਬੱਚੇ ਦੇ ਆਉਣ ਦੀ ਖੁਸ਼ੀ ਮਨਾ ਰਹੇ ਸੀ, ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਸੋਚ ਲਿਆ ਸੀ ਕਿ ਮੈਂ ਉਹਨਾਂ ਦੀ ਕਰਤੂਤ ਸਭ ਦੇ ਸਾਹਮਣੇ ਲੈ ਕੇ ਆਵਾਂਗਾ ਕਿ ਉਹ ਇੱਕ ਬਦਚਲਨ ਔਰਤ ਹੈ, ਪਰ ਉਹ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ ਸੀ। ਮੈਂ ਮੈਡੀਕਲ ਰਿਪੋਰਟ ਚੁੱਕੀ ਤੇ ਘਰ ਤੋਂ ਚਲਾ ਗਿਆ। ਦੂਜੇ ਡਾਕਟਰ ਤੋਂ ਚੈੱਕ ਕਰਵਾਇਆ ਤਾਂ ਜੋ ਰਿਪੋਰਟ ਆਈ, ਉਸਨੇ ਤਾਂ ਮੇਰੇ ਹੋਸ਼ ਹੀ ਉਡਾ ਦਿੱਤੇ। ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਕਿਉਂਕਿ ਉਹ ਬੱਚਾ ਤਾਂ ਦੋਸਤੋ ਮੇਰਾ ਨਾਂ ਰਾਜ ਹੈ। ਮੈਂ ਪੜ੍ਹਿਆ ਲਿਖਿਆ ਹਾਂ ਤੇ ਮੇਰੀ ਚੰਗੀ ਨੌਕਰੀ ਹੈ। ਮੇਰਾ ਵੱਡਾ ਭਰਾ ਬਹੁਤ ਵਧੀਆ ਸੀ ਤੇ ਮੇਰੇ ਭਰਾ ਦਾ ਵਿਆਹ ਉਹਨਾਂ ਦੀ ਪਸੰਦ ਦੀ ਕੁੜੀ ਨਾਲ ਹੋ ਗਿਆ ਸੀ। ਹਾਲਾਂਕਿ ਘਰ ਵਿੱਚ ਬਹੁਤ ਰੌਲਾ ਪਿਆ ਸੀ, ਪਰ ਫਿਰ ਵੀ ਘਰ ਦੇ ਮੰਨ ਗਏ ਸੀ ਤੇ ਮੇਰੀ ਮਾਂ ਭਾਬੀ ਨੂੰ ਘੱਟ ਹੀ ਪਸੰਦ ਕਰਦੀ ਸੀ। ਜਦੋਂ ਕਿ ਮੇਰੇ ਸਾਹਮਣੇ ਬਾਰ-ਬਾਰ ਆਪਣੇ ਰਿਸ਼ਤੇਦਾਰਾਂ ਦੀ ਕੁੜੀ ਦਾ ਨਾਂ ਹਰ ਸਮੇਂ ਲੈਂਦੀ ਸੀ ਕਿ ਉਹ ਇੱਕ ਚੰਗੀ ਕੁੜੀ ਹੈ ਜਿਸ ਨੂੰ ਮੈਂ ਪਿਆਰ ਕਰਦਾ ਸੀ। ਤੇ ਮੇਰੀ ਮਾਂ ਭਾਬੀ ਦੇ ਖਿਲਾਫ ਹਮੇਸ਼ਾ ਹੀ ਰਹਿੰਦੀ ਸੀ ਕਿ ਭਾਬੀ ਬਾਂਝ ਹੈ। ਮੇਰੀ ਮਾਂ ਨੇ ਮੇਰੇ ਭਰਾ ਦਾ ਦੂਜਾ ਵਿਆਹ ਕਰਵਾਉਣਾ ਚਾਹਿਆ। ਮੇਰੇ ਭਰਾ ਨੇ ਸਾਫ਼ ਮਨਾ ਕਰ ਦਿੱਤਾ ਤੇ ਫਿਰ ਅਚਾਨਕ ਇੱਕ ਐਕਸੀਡੈਂਟ ਵਿੱਚ ਮੇਰੇ ਭਰਾ ਦੀ ਮੌਤ ਹੋ ਗਈ। ਭਰਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਭਾਬੀ ਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੀ ਸੀ। ਉਸ ਨੂੰ ਮਨਹੂਸ ਕਹਿੰਦੀ ਸੀ ਤੇ ਉਸ ਨੂੰ ਘਰੋਂ ਕੱਢਣਾ ਚਾਹੁੰਦੀ ਸੀ। ਭਾਬੀ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਤੇ ਉਹ ਰੋਂਦੀ ਹੀ ਰਹਿੰਦੀ। ਪਰ ਹੁਣ ਜੋ ਮੇਰੀ ਮਾਂ ਭਾਬੀ ਦੀ ਸਾਰਾ ਦਿਨ ਬੁਰਾਈ ਕਰਦੀ ਸੀ, ਉਹ ਉਸ ਦੀ ਤਾਰੀਫ ਕਰਨ ਲੱਗੀ ਸੀ। ਇੱਥੋਂ ਤੱਕ ਕਿ ਮੇਰਾ ਵਿਆਹ ਉਸ ਨਾਲ ਕਰਵਾਉਣਾ ਚਾਹੁੰਦੀ ਸੀ। ਮੇਰੀ ਇੱਕ ਨਾ ਚੱਲੀ ਤੇ ਮੇਰਾ ਵਿਆਹ ਉਸ ਨਾਲ ਕਰਵਾ ਦਿੱਤਾ, ਜੋ ਕਿ ਮੇਰੇ ਤੋਂ 8 ਸਾਲ ਵੱਡੀ ਸੀ। ਮੈਂ ਉਹਨਾਂ ਦੀ ਇੱਜ਼ਤ ਕਰਦਾ ਸੀ ਤੇ ਮੈਂ ਉਹਨਾਂ ਨੂੰ ਆਪਣੀ ਘਰਵਾਲੀ ਦੇ ਤੌਰ ਤੇ ਸਵੀਕਾਰ ਨਹੀਂ ਕੀਤਾ ਸੀ। ਇਸ ਲਈ ਕਦੀ ਉਹਨਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ ਤੇ ਨਾ ਹੀ ਆਪਣੇ ਕਮਰੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ। ਮੇਰੀ ਇਹੀ ਸ਼ਰਤ ਸੀ। ਪਰ ਮੈਂ ਹੈਰਾਨ ਸੀ, ਆਖਰ ਮੇਰੀ ਮਾਂ ਇੰਨੀ ਦਿਆਲੂ ਕਿੱਦਾਂ ਹੋ ਗਈ ਸੀ। ਪਹਿਲਾਂ ਤਾਂ ਉਹ ਉਸ ਨਾਲ ਬਹੁਤ ਨਾਰਾਜ਼ ਰਹਿੰਦੀ ਸੀ, ਪਰ ਹੁਣ ਪਤਾ ਨਹੀਂ ਕੀ ਹੋ ਗਿਆ ਸੀ।
ਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੇਰੀ ਮਾਂ ਮੇਰੇ ਦੂਜੇ ਵਿਆਹ ਲਈ ਮੰਨ ਗਈ ਸੀ। ਪਰ ਉਹ ਕਹਿੰਦੀ ਸੀ ਕਿ ਉਸ ਕੁੜੀ ਨੇ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਕਿਉਂਕਿ ਤੇਰਾ ਵਿਆਹ ਹੋਇਆ ਹੈ। ਪਰ ਮੈਂ ਤਾਂ ਆਪਣੀ ਜਿੱਦ ਤੇ ਅੜ ਗਿਆ ਸੀ ਤੇ ਮੈਂ ਆਪਣਾ ਵਿਆਹ ਜ਼ਬਰਦਸਤੀ ਉਸ ਕੁੜੀ ਨਾਲ ਕਰ ਲਿਆ। ਵਿਆਹ ਤੋਂ ਬਾਅਦ ਭਾਬੀ ਮੇਰੀ ਘਰਵਾਲੀ ਦਾ ਬਹੁਤ ਧਿਆਨ ਰੱਖਦੀ, ਉਸ ਨਾਲ ਗੱਲਾਂ ਕਰਦੀ, ਖਾਸ ਕਰਕੇ ਜਦੋਂ ਭਾਬੀ ਉਸ ਨੂੰ ਲੱਡੂ ਦਿੰਦੀ ਤਾਂ ਉਹ ਮੇਰੇ ਕੋਲ ਹੀ ਨਾ ਆਉਂਦੀ। ਰੋਜ਼ ਮੈਂ ਇਹੀ ਸਮਝਦਾ ਕਿ ਪਤਾ ਨਹੀਂ ਕੀ ਹੋ ਰਿਹਾ ਹੈ ਤੇ ਮੇਰੀ ਘਰਵਾਲੀ ਉਸ ਸਮੇਂ ਕਮਰੇ ਵਿੱਚ ਆਉਂਦੀ ਜਦੋਂ ਮੈਂ ਸੌਂ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ, ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸਭ ਮੇਰੀ ਭਾਬੀ ਕਰ ਰਹੀ ਹੈ। ਪਰ ਇਸ ਤੋਂ ਪਹਿਲਾਂ ਮੈਂ ਕੋਈ ਕਦਮ ਚੁੱਕਦਾ, ਮੈਨੂੰ ਪਤਾ ਚੱਲ ਗਿਆ ਕਿ ਮੇਰੀ ਭਾਬੀ ਮਾਂ ਬਣਨ ਵਾਲੀ ਹੈ। ਮੈਂ ਬਾਰ-ਬਾਰ ਕਿਹਾ ਇਹ ਬੱਚਾ ਮੇਰਾ ਨਹੀਂ, ਕਿਸੇ ਨੇ ਸੱਚ ਨਾ ਮੰਨਿਆ। ਮੈਂ ਡੀਐਨਏ ਟੈਸਟ ਕਰਵਾਇਆ ਪਰ ਜੋ ਗੱਲ ਮੇਰੇ ਸਾਹਮਣੇ ਆਈ ਮੇਰੀ ਰੂਹ ਕੰਬ ਗਈ ਸੀ। ਮੈਂ ਬਾਰ-ਬਾਰ ਰਿਪੋਰਟ ਵੇਖ ਰਿਹਾ ਸੀ ਜਿਸ ਤੇ ਲਿਖਿਆ ਸੀ ਕਿ ਇਹ ਮੇਰਾ ਹੀ ਬੱਚਾ ਹੈ, ਪਰ ਹੁਣ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਕੀ ਸੱਚ ਹੈ। ਮੇਰਾ ਦਿਮਾਗ ਘੁੰਮਣ ਲੱਗਾ, ਇਹ ਸਭ ਕਿੱਦਾਂ ਹੋ ਸਕਦਾ ਸੀ। ਮੈਂ ਘਰ ਜਾਣ ਲੱਗਾ ਸੋਚ ਲਿਆ ਸੀ ਕਿ ਹੁਣ ਮੈਂ ਭਾਬੀ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਲੈ ਕੇ ਆਵਾਂਗਾ। ਮੈਂ ਸਿੱਧਾ ਉਸ ਦੇ ਕਮਰੇ ਦੇ ਵਿੱਚ ਗਿਆ ਪਰ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਮੇਰੇ ਕਦਮ ਬਾਹਰ ਹੀ ਰੁਕ ਗਏ। ਮੈਂ ਅੰਦਰ ਕਮਰੇ ਵਿੱਚ ਰੋਂਦਾ ਹੋਇਆ ਗਿਆ। ਜੋ ਸੱਚਾਈ ਮੇਰੇ ਸਾਹਮਣੇ ਆਈ ਸੀ ਉਸ ਨੇ ਮੈਨੂੰ ਤੋੜ ਕੇ ਰੱਖ ਦਿੱਤਾ ਸੀ। ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ। ਜਦੋਂ ਮੇਰੀ ਘਰਵਾਲੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਮੈਨੂੰ ਤਲਾਕ ਚਾਹੀਦਾ ਹੈ, ਉਸ ਦੀ ਗੱਲ ਤੇ ਮੈਂ ਉਸ ਨੂੰ ਵੇਖਿਆ। ਕਮਰੇ ਵਿੱਚ ਆਉਂਦੀ ਤਾਂ ਮੇਰੀ ਮਾਂ ਦਹਿਲ ਗਈ ਸੀ। ਕਹਿਣ ਲੱਗੀ ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ। ਪਰ ਮੈਂ ਆਪਣੀ ਉਸ ਘਰਵਾਲੀ ਨੂੰ ਦੇਖਿਆ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ। ਉਸ ਨੇ ਜੋ ਮੇਰੇ ਨਾਲ ਕੀਤਾ ਮੈਂ ਕਦੀ ਨਹੀਂ ਭੁੱਲ ਸਕਦਾ ਸੀ। ਮੇਰੇ ਤੋਂ ਬਾਰ-ਬਾਰ ਉਹ ਤਲਾਕ ਮੰਗ ਰਹੀ ਸੀ। ਮੈਂ ਉਸ ਨੂੰ ਬਿਨਾਂ ਸੋਚੇ ਸਮਝੇ ਤਲਾਕ ਦੇ ਦਿੱਤਾ। ਮੇਰੀ ਮਾਂ ਤੇ ਮੇਰੀ ਘਰਵਾਲੀ ਮੈਨੂੰ ਦੇਖ ਰਹੇ ਸੀ। ਉਹ ਰੋਂਦੀ ਹੋਈ ਆਪਣੇ ਕਮਰੇ ਵਿੱਚੋਂ ਸਮਾਨ ਚੁੱਕਣ ਲੱਗੀ। ਮੇਰੀ ਮਾਂ ਨੇ ਮੇਰੇ ਮੂੰਹ ਤੇ ਥਪੇੜ ਮਾਰੀ ਤੇ ਕਿਹਾ ਕਿ ਹੁਣ ਮੈਂ ਆਪਣੀ ਸਹੇਲੀ ਨੂੰ ਕੀ ਜਵਾਬ ਦੇਵਾਂਗੀ। ਉਹ ਉਸ ਦੀ ਧੀ ਸੀ, ਉਹ ਮੇਰਾ ਜੀਣਾ ਹਰਾਮ ਕਰ ਦਊਗੀ। ਮਾਂ ਦੀ ਗੱਲ ਤੇ ਮੈਂ ਰੋਂਦੇ ਹੋਏ ਕਿਹਾ ਕਿ ਮੈਨੂੰ ਸੱਚ ਨਹੀਂ ਆ ਰਿਹਾ ਕਿ ਉਹ ਸਭ ਤੋਂ ਮੇਰੀ ਮਾਂ ਅਣਜਾਣ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੇਰਾ ਦਿਲ ਕਰਦਾ ਕਿ ਮੈਂ ਭਾਬੀ ਨੂੰ ਵੀ ਤਲਾਕ ਦੇ ਦੇਵਾਂ ਤੇ ਤੁਹਾਨੂੰ ਛੱਡ ਕੇ ਚਲਾ ਜਾਵਾਂ। ਤੁਸੀਂ ਸਭ ਨੇ ਮਿਲ ਕੇ ਮੇਰੇ ਨਾਲ ਖੇਲ ਖੇਲਿਆ ਹੈ। ਮਾਂ ਨੇ ਡਰਦੇ-ਡਰਦੇ ਕਿਹਾ ਮੈਂ ਕੀ ਕੀਤਾ। ਤਾਂ ਮੈਂ ਮਾਂ ਨੂੰ ਕਿਹਾ ਕਿ ਮੈਨੂੰ ਸੱਚ ਦੱਸੋ, ਇਹ ਸਭ ਕੁਝ ਤੁਸੀਂ ਕਿਉਂ ਕੀਤਾ। ਮੈਨੂੰ ਸਭ ਪਤਾ ਲੱਗ ਗਿਆ ਸੀ ਤੇ ਇਹ ਗੱਲ ਸੁਣ ਕੇ ਮੇਰੀ ਮਾਂ ਰੋਣ ਲੱਗੀ ਤੇ ਮੈਨੂੰ ਸੱਚਾਈ ਦੱਸਣ ਲੱਗੀ ਸੀ। ਮੇਰੇ ਭਰਾ ਤੇ ਭਾਬੀ ਨੇ ਇੱਕ ਦੂਜੇ ਦੀ ਪਸੰਦ ਨਾਲ ਵਿਆਹ ਕੀਤਾ ਸੀ, ਪਰ ਭਾਬੀ ਨੂੰ ਮਾਂ ਪਸੰਦ ਨਹੀਂ ਕਰਦੀ ਸੀ ਕਿਉਂਕਿ ਮੇਰਾ ਭਰਾ ਉਸ ਨੂੰ ਆਪਣੀ ਕਮਾਈ ਦਿੰਦਾ ਸੀ ਤੇ ਮੇਰੀ ਭਾਬੀ ਬਾਂਝ ਨਹੀਂ ਸੀ। ਇਹ ਗੱਲ ਮਾਂ ਨੂੰ ਨਹੀਂ ਪਤਾ ਸੀ ਪਰ ਮੇਰੇ ਭਰਾ ਨੂੰ ਪਤਾ ਸੀ। ਪਰ ਮੇਰਾ ਭਰਾ ਉਸ ਨੂੰ ਕਹਿੰਦਾ ਸੀ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਭਾਬੀ ਨੂੰ ਤਾਨੇ ਸੁਣਨੇ ਪੈਂਦੇ ਪਰ ਫਿਰ ਵੀ ਚੁੱਪ ਰਹਿੰਦੀ ਤੇ ਫਿਰ ਮੇਰਾ ਭਰਾ ਇਸ ਦੁਨੀਆ ਤੋਂ ਚਲਾ ਗਿਆ। ਮਾਂ ਨੇ ਕਸੂਰ ਵੀ ਭਾਬੀ ਦਾ ਹੀ ਕੱਢਿਆ। ਇੱਕ ਰਾਤ ਮਾਂ ਪਾਣੀ ਪੀਣ ਲਈ ਉੱਠੀ ਤਾਂ ਭਾਬੀ ਦੇ ਕਮਰੇ ਵਿੱਚੋਂ ਆਵਾਜ਼ ਸੁਣੀ ਤੇ ਭਾਬੀ ਨੂੰ ਰੋਂਦੇ ਵੇਖਿਆ। ਸਾਰਾ ਸੱਚ ਸੁਣਦੇ ਹੀ ਮੇਰੀ ਮਾਂ ਚੌਂਕ ਗਈ ਸੀ। ਉਸ ਨੂੰ ਆਪਣੇ ਵਰਤਾਅ ਤੇ ਸ਼ਰਮ ਆ ਰਹੀ ਸੀ। ਭਾਬੀ ਬਹੁਤ ਰੋ ਰਹੀ ਸੀ। ਉਹਨਾਂ ਨੇ ਫੈਸਲਾ ਕੀਤਾ ਸੀ ਕਿ ਇੱਥੋਂ ਚਲੀ ਜਾਊਗੀ, ਪਰ ਭਾਬੀ ਨਾਲ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ ਸੀ ਅਤੇ ਮੈਂ ਆਪਣੀ ਘਰਵਾਲੀ ਲਈ ਮਾਂ ਨੂੰ ਧਮਕੀ ਦਿੰਦਾ ਸੀ ਕਿ ਮੈਂ ਤਲਾਕ ਦੇ ਦੇਵਾਂਗਾ, ਨਹੀਂ ਤਾਂ ਮੇਰਾ ਵਿਆਹ ਕਰੋ। ਫਿਰ ਮੇਰੀ ਮਾਂ ਨੇ ਆਪਣੀ ਸਹੇਲੀ ਦੀ ਕੁੜੀ ਨਾਲ ਮੇਰਾ ਰਿਸ਼ਤਾ ਕਰ ਦਿੱਤਾ। ਦੂਜੇ ਹੀ ਦਿਨ ਬਾਅਦ ਸੀਮਾ ਮਾਂ ਨੂੰ ਮਿਲਣ ਆਈ ਸੀ। ਉਸਨੇ ਦੱਸਿਆ ਸੀ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਤੇ ਮੇਰੀ ਮਾਂ ਪਰੇਸ਼ਾਨ ਹੋ ਗਈ ਸੀ ਅਤੇ ਮਾਂ ਨੇ ਕਿਹਾ ਸੀ ਕਿ ਕੁਝ ਸਮੇਂ ਲਈ ਵਿਆਹ ਕਰ ਲੈ, ਜਦੋਂ ਹਾਲਾਤ ਸਹੀ ਹੋਣਗੇ ਤਾਂ ਤੂੰ ਤਲਾਕ ਲੈ ਲਈ। ਤਲਾਕ ਤੋਂ ਬਾਅਦ ਤੇਰੀ ਮਾਂ ਤੇਰਾ ਵਿਆਹ ਕਰਵਾ ਦੇਵੇਗੀ, ਨਹੀਂ ਤਾਂ ਉਹ ਕਿਸੇ ਨਾਲ ਤੇਰਾ ਵਿਆਹ ਨਹੀਂ ਕਰੂਗੀ। ਇਹ ਸੱਚ ਸੀ। ਸੀਮਾ ਜਿਸ ਨੂੰ ਪਸੰਦ ਕਰਦੀ ਸੀ ਉਹ ਬਹੁਤ ਹੀ ਗਰੀਬ ਸੀ। ਇਹ ਗੱਲ ਸੀਮਾ ਨੇ ਮੰਨ ਲਈ ਸੀ। ਮਾਂ ਨੇ ਸੋਚਿਆ ਸੀ ਕਿ ਜਦ ਇੱਕ ਵਾਰੀ ਵਿਆਹ ਹੋ ਗਿਆ ਤਾਂ ਸੀਮਾ ਉਸ ਨੂੰ ਭੁੱਲ ਜਾਊਗੀ ਅਤੇ ਰਿਸ਼ਤੇ ਨੂੰ ਸਵੀਕਾਰ ਕਰ ਲਊਗੀ। ਕਿ ਸੀਮਾ ਨੇ ਇਸ ਰਿਸ਼ਤੇ ਨੂੰ ਲੈ ਕੇ ਮੇਰੇ ਤੋਂ ਸਮਾਂ ਮੰਗਿਆ ਤੇ ਮੈਂ ਉਸ ਨੂੰ ਦੇ ਵੀ ਦਿੱਤਾ ਸੀ, ਪਰ ਉਹ ਰਾਤ ਦੇ ਹਨੇਰੇ ਵਿੱਚ ਮੇਰੇ ਕਮਰੇ ਵਿੱਚ ਆਉਂਦੀ ਸੀ ਜਦੋਂ ਕਿ ਉਹ ਸੀਮਾ ਨਹੀਂ ਮੇਰੀ ਭਾਬੀ ਹੁੰਦੀ ਸੀ। ਇਹ ਉਹਨਾਂ ਦੀ ਸਾਜ਼ਿਸ਼ ਸੀ ਕਿਉਂਕਿ ਸੀਮਾ ਮੇਰੇ ਨਾਲ ਰਹਿਣ ਲਈ ਤਿਆਰ ਨਹੀਂ ਸੀ ਅਤੇ ਮੇਰੀ ਭਾਬੀ ਨਾਲ ਮੇਰਾ ਰਿਸ਼ਤਾ ਮਜ਼ਬੂਤ ਕਰਨ ਲਈ ਇਹ ਸਭ ਚਾਲ ਚੱਲੀ ਸੀ। ਸਵੇਰੇ ਹੁੰਦੇ ਹੀ ਸੀਮਾ ਕਮਰੇ ਵਿੱਚ ਆਉਂਦੀ ਤੇ ਭਾਬੀ ਆਪਣੇ ਕਮਰੇ ਵਿੱਚ ਚਲੀ ਜਾਂਦੀ। ਰਿਪੋਰਟ ਤੇ ਮੈਂ ਆਪਣਾ ਬੱਚਾ ਵੇਖ ਕੇ ਬਿਲਕੁਲ ਪੱਥਰ ਹੀ ਬਣ ਗਿਆ ਸੀ। ਪਰ ਜਦੋਂ ਮੈਂ ਘਰ ਆ ਕੇ ਸੱਚ ਸੁਣਿਆ, ਮਾਂ ਤੇ ਭਾਬੀ ਤੇ ਸੀਮਾ ਦੀਆਂ ਗੱਲਾਂ ਸੁਣੀਆਂ, ਉਹ ਸੀਮਾ ਨੂੰ ਸਮਝਾ ਰਹੀਆਂ ਸੀ ਕਿ ਆਪਣੀ ਜ਼ਿੰਦਗੀ ਖਰਾਬ ਨਾ ਕਰੇ। ਇਹ ਗੱਲ ਮੈਨੂੰ ਪਸੰਦ ਨਹੀਂ ਸੀ ਤੇ ਮੈਂ ਉਸ ਨੂੰ ਤਲਾਕ ਦੇ ਦਿੱਤਾ। ਮੈਂ ਸਭ ਤੋਂ ਨਾਰਾਜ਼ ਸੀ। ਸੀਮਾ ਜਾ ਚੁੱਕੀ ਸੀ ਅਤੇ ਉਸ ਆਦਮੀ ਨਾਲ ਉਸਨੇ ਵਿਆਹ ਵੀ ਕਰ ਲਿਆ ਸੀ। 9 ਮਹੀਨੇ ਬਾਅਦ ਬਹੁਤ ਹੀ ਸੋਹਣਾ ਪੁੱਤ ਪੈਦਾ ਹੋਇਆ। ਮੈਂ ਆਪਣੀ ਭਾਬੀ ਨੂੰ ਸਵੀਕਾਰ ਕਰ ਲਿਆ ਸੀ ਤੇ ਆਪਣੇ ਪੁੱਤ ਨੂੰ ਬਹੁਤ ਲਾਡ ਕਰਦਾ ਸੀ। ਕਈ ਸਾਲ ਬੀਤ ਗਏ। ਹੁਣ ਮੇਰੇ 2 ਬੱਚੇ ਨੇ ਤੇ ਅਸੀਂ ਆਪਣੇ ਪਰਿਵਾਰ ਵਿੱਚ ਬਹੁਤ ਹੀ ਖੁਸ਼ ਹਾਂ। ਦੋਸਤੋ, ਕਦੀ ਵੀ ਕਿਸੇ ਨੂੰ ਧੱਕੇ ਨਾਲ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਨਾ ਕਰੋ।
ਤੇ ਜੇਕਰ ਮਜਬੂਰੀ ਵਿੱਚ ਕਿਸੇ ਦਾ ਹੱਥ ਫੜੋ ਤਾਂ ਉਸ ਦਾ ਸਾਥ ਜ਼ਰੂਰ ਦੇਵੋ। ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਿਓ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।